Dear students, good afternoon. ਅੱਜ ਥੋੜਾ ਨੈਟਵਰਕ ਪ੍ਰੋਬਲਮ ਹੋਣ ਦੇ ਕਰਕੇ ਮੈਂ ਲਾਈਵ ਨਹੀਂ ਜੁੜ ਪਾਇਆ ਤੁਹਾਡੇ ਨਾਲ, ਇਹਦੇ ਲਈ ਸੌਰੀ। ਅੱਜ ਅਸੀਂ ਦੁਬਾਰਾ ਤੋਂ ਚੈਪਟਰ ਸ਼ੁਰੂ ਕਰਨ ਜਾ ਰਹੇ ਹਾਂ, ਇਲੈਕਟ੍ਰਿਕ ਪੋਟੈਂਸ਼ੀਅਲ। ਠੀਕ ਹੈ, ਉਹਨੂੰ ਸਮਝਣ ਤੋਂ ਪਹਿਲੇ, ਇਲੈਕਟ੍ਰਿਕ ਪੋਟੈਂਸ਼ੀਅਲ ਨੂੰ ਸਮਝਣ ਤੋਂ ਪਹਿਲੇ ਅਸੀਂ ਪੋਟੈਂਸ਼ੀਅਲ ਡਿਫਰੈਂਸ ਬਿਟਵੀਨ ਕਿ ਦੋ ਪੁਆਇੰਟਸ ਇਲੈਕਟ੍ਰਿਕ ਫੀਲਡ ਦੇ ਵਿੱਚ ਹੈ, ਉਹਨਾਂ ਦੋ ਪੁਆਇੰਟਸ ਦੇ ਵਿਚਕਾਰ ਪੋਟੈਂਸ਼ੀਅਲ ਡਿਫਰੈਂਸ ਕਿਹਨੂੰ ਕਹਿੰਦੇ ਆ, ਪਹਿਲੇ ਉਹਦਾ ਮਤਲਬ ਸਮਝਦੇ ਹਾਂ। ਠੀਕ ਹੈ, ਉਹਦੇ ਲਈ ਮੰਨ ਲੈਂਦਾ ਮੇਰੇ ਕੋਲ ਇੱਕ ਚਾਰਜ ਹੈ ਪਲੱਸ ਕਿਊ। ਇਸ ਪਲੱਸ ਕਿਊ ਚਾਰਜ ਨੂੰ ਮੈਂ ਫ੍ਰੀ ਸਪੇਸ ਦੇ ਵਿੱਚ O ਪੁਆਇੰਟ ਦੇ ਉੱਤੇ ਰੱਖਿਆ ਔਰ ਇਹਦੇ ਇਲੈਕਟ੍ਰਿਕ ਫੀਲਡ ਦੇ ਵਿੱਚ ਇਹਦੇ ਅਰਾਊਂਡ ਇੱਕ ਸਪੇਸ ਹੈ ਜਿਹਦੇ ਵਿੱਚ ਇਸ ਚਾਰਜ ਦਾ ਇਲੈਕਟ੍ਰਿਕ ਫੀਲਡ ਐਕਸਪੀਰੀਅੰਸ ਕੀਤਾ ਜਾ ਸਕਦਾ ਹੈ। ਮਤਲਬ ਇਸ ਚਾਰਜ ਦੇ ਅਰਾਊਂਡ ਇੱਕ ਸਪੇਸ ਹੈ ਜਿਸ ਸਪੇਸ ਦੇ ਵਿੱਚ ਜੇ ਅਸੀਂ ਕਿਸੇ ਵੀ ਦੂਸਰੇ ਚਾਰਜ ਨੂੰ ਲੈ ਕੇ ਆਵਾਂਗੇ ਤੇ ਉਹ ਫੋਰਸ ਐਕਸਪੀਰੀਅੰਸ ਕਰੇਗਾ। ਠੀਕ ਹੈ, ਹੁਣ ਮੰਨ ਲਓ ਇਹਦੇ ਫੀਲਡ ਦੇ ਵਿੱਚ ਇੱਕ ਪੁਆਇੰਟ ਹੈ B, ਲੈਟਸ ਸਪੋਜ਼, ਔਰ ਇੱਕ ਪੁਆਇੰਟ ਹੈ A। ਦੋਨੋਂ ਹੀ ਪੁਆਇੰਟਸ ਇਸ ਚਾਰਜ ਦੇ ਇਲੈਕਟ੍ਰਿਕ ਫੀਲਡ ਦੇ ਵਿੱਚ ਹੈ। ਠੀਕ ਹੈ, ਹੁਣ ਮੈਂ ਇੱਕ ਯੂਨਿਟ ਪੋਜ਼ਿਟਿਵ ਟੈਸਟ ਚਾਰਜ ਲੈਂਦਾ ਹੈ Q0, ਇਹ ਵੀ ਪੋਜ਼ਿਟਿਵ ਚਾਰਜ ਹੈ ਔਰ ਇਸ ਪੋਜ਼ਿਟਿਵ ਚਾਰਜ ਨੂੰ ਮੈਂ A ਪੁਆਇੰਟ ਤੋਂ B ਪੁਆਇੰਟ ਦੀ ਇਹਦੀ ਫੋਰਸ ਆਫ ਰਿਪਲਸ਼ਨ ਦੇ ਅਗੇਂਸਟ ਮੂਵ ਕਰਾ ਕੇ ਲੈ ਕੇ ਆਉਣਾ ਚਾਹੁੰਦਾ। ਠੀਕ ਹੈ, ਹੁਣ ਜਦੋਂ ਮੈਂ ਇਸ ਚਾਰਜ ਨੂੰ Q0 ਨੂੰ A ਪੁਆਇੰਟ ਤੋਂ B ਪੁਆਇੰਟ ਤੱਕ ਲੈ ਕੇ ਆਵਾਂਗਾ ਔਰ ਇਹ ਉਹਨੂੰ ਰਿਪੈਲ ਕਰ ਰਿਹਾ ਹੈ ਔਰ ਇਹਦੀ ਰਿਪਲਸ਼ਨ ਦੇ ਅਗੇਂਸਟ ਜਦੋਂ ਮੈਂ ਇਹਨੂੰ ਮੂਵ ਕਰਦਾ ਹੈ ਤੇ ਮੈਨੂੰ ਕੁਛ ਨਾ ਕੁਛ ਵਰਕ ਕਰਨਾ ਪੈਂਦਾ। ਇਲੈਕਟ੍ਰਿਕ ਫੀਲਡ ਦੇ ਵਿੱਚ ਇੱਕ ਪੁਆਇੰਟ ਤੋਂ ਦੂਸਰੇ ਪੁਆਇੰਟ ਤੱਕ ਇੱਕ ਯੂਨਿਟ ਪੋਜ਼ਿਟਿਵ ਚਾਰਜ ਨੂੰ ਲੈ ਕੇ ਜਾਣ ਵਾਸਤੇ ਜਿੰਨਾ ਵਰਕ ਕਰਨਾ ਪੈ ਰਿਹਾ ਹੈ ਉਸ ਵਰਕ ਨੂੰ ਆਪਾਂ ਨਾਮ ਦੇ ਦਿੱਤਾ ਇਲੈਕਟ੍ਰਿਕ ਪੋਟੈਂਸ਼ੀਅਲ ਡਿਫਰੈਂਸ। ਕਲੀਅਰ ਹੈ ਇੱਥੋਂ ਤੱਕ? ਹੁਣ ਇਹਦੀ ਡੈਫੀਨੇਸ਼ਨ ਨੂੰ ਇੱਕ ਵਾਰੀ ਫਿਰ ਤੋਂ ਦੇਖਦੇ ਹਾਂ। ਪੋਟੈਂਸ਼ੀਅਲ ਡਿਫਰੈਂਸ ਬਿਟਵੀਨ ਟੂ ਪੁਆਇੰਟਸ A ਔਰ B ਜਿਹੜੇ ਮੈਂ ਤੁਹਾਨੂੰ ਦੱਸੇ ਹੈ ਇਨ ਐਨ ਇਲੈਕਟ੍ਰਿਕ ਫੀਲਡ। ਇਲੈਕਟ੍ਰਿਕ ਫੀਲਡ ਦੇ ਵਿੱਚ ਉਹ ਦੋਨੇ ਪੁਆਇੰਟਸ ਹੈ A ਤੇ B ਔਰ ਉਹਨਾਂ ਦੋਨਾਂ ਪੁਆਇੰਟ ਦੇ ਵਿਚਕਾਰ ਪੋਟੈਂਸ਼ੀਅਲ ਡਿਫਰੈਂਸ ਨੂੰ ਆਪਾਂ ਕਿਸ ਤਰ੍ਹਾਂ ਡਿਫਾਈਨ ਕਰ ਰਹੇ ਹਾਂ? ਦਾ ਅਮਾਉਂਟ ਆਫ ਵਰਕ ਡਨ ਇਨ ਮੂਵਿੰਗ ਅ ਯੂਨਿਟ ਪੋਜ਼ਿਟਿਵ ਚਾਰਜ। ਜਿੰਨਾ ਵਰਕ ਸਾਨੂੰ ਕਰਨਾ ਪਿਆ ਮੂਵ ਕਰਨ ਦੇ ਲਈ ਇੱਕ ਯੂਨਿਟ ਪੋਜ਼ਿਟਿਵ ਚਾਰਜ ਨੂੰ ਫਰੋਮ ਕਿੱਥੋਂ ਵਨ ਪੁਆਇੰਟ ਟੂ ਅਦਰ, ਮਤਲਬ A ਪੁਆਇੰਟ ਤੋਂ B ਪੁਆਇੰਟ ਤੱਕ ਲੈ ਕੇ ਆਉਣ ਵਾਸਤੇ ਜਿੰਨਾ ਵਰਕ ਕਰਨਾ ਪਿਆ ਉਸ ਵਰਕ ਨੂੰ ਆਪਾਂ ਨਾਮ ਦੇਤਾ ਪੋਟੈਂਸ਼ੀਅਲ ਡਿਫਰੈਂਸ ਬਿਟਵੀਨ ਟੂ ਪੁਆਇੰਟਸ ਬਟ ਅਗੇਂਸਟ ਦਾ ਇਲੈਕਟ੍ਰੋਸਟੈਟਿਕ ਫੋਰਸ ਵਿਦਆਊਟ ਐਕਸਲਰੇਸ਼ਨ। ਮਤਲਬ A ਤੋਂ B ਤੱਕ ਤੁਸੀਂ ਲੈ ਕੇ ਆਣਾ ਹੈ ਯੂਨਿਟ ਪੋਜ਼ਿਟਿਵ ਚਾਰਜ ਨੂੰ ਬਟ ਵਿਦਆਊਟ ਐਕਸਲਰੇਸ਼ਨ ਲੈ ਕੇ ਆਣਾ। ਜੇ ਤੁਸੀਂ ਐਕਸਲਰੇਸ਼ਨ ਨਾਲ ਲਿਆਓਗੇ ਇਟ ਮੀਨਸ ਜਿਹੜੀ ਪੋਜ਼ਿਟਿਵ ਚਾਰਜ ਦੀ ਫੀਲਡ ਦੇ ਜਿਹਦਾ ਫੀਲਡ ਹੈ ਸੋਰਸ ਚਾਰਜ ਦੇ ਫੀਲਡ ਦੇ ਵਿੱਚ ਜਿਹੜੇ ਦੋ ਪੁਆਇੰਟਸ ਹੈ ਉਹ ਦੋ ਪੁਆਇੰਟਸ ਦੇ ਵਿਚਕਾਰ ਜੇ ਤੁਸੀਂ ਵਰਕ ਕਰੋਗੇ ਤੇ ਉਹਦੀ ਫੋਰਸ ਦੇ ਅਗੇਂਸਟ ਨਹੀਂ ਹੋ ਰਿਹਾ, ਤੁਹਾਡੀ ਫੋਰਸ ਐਕਸਟਰਾ ਆ ਰਹੀ ਹੈ। ਇਸ ਕਰਕੇ ਤੁਸੀਂ ਐਕਸਲਰੇਸ਼ਨ ਉਹਦੇ ਵਿੱਚ ਪ੍ਰੋਡਿਊਸ ਨਹੀਂ ਕਰਨੀ ਤਾਂ ਕਿ ਤੁਸੀਂ ਉਨੀ ਹੀ ਫੋਰਸ ਦੋ ਨੂੰ ਮੂਵ ਕਰਾਉਣ ਦੇ ਲਈ A ਤੋਂ ਲੈ ਕੇ B ਤੱਕ ਜਿੰਨੀ ਫੋਰਸ ਸੋਰਸ ਚਾਰਜ ਉਹਨੂੰ ਰਿਪੈਲ ਕਰਨ ਦੇ ਲਈ ਲਗਾ ਰਿਹਾ। ਠੀਕ ਹੈ, ਫਿਰ ਇੱਕ ਵਾਰੀ ਦੁਬਾਰਾ ਡੈਫੀਨੇਸ਼ਨ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਪੋਟੈਂਸ਼ੀਅਲ ਡਿਫਰੈਂਸ ਬਿਟਵੀਨ ਟੂ ਪੁਆਇੰਟਸ in electric field may be defined as, ਉਹਨੂੰ ਆਪਾਂ ਡਿਫਾਈਨ ਕਿਸ ਤਰ੍ਹਾਂ ਕਰਦੇ ਹਾਂ? the amount of work done, ਜਿੰਨਾ amount of work ਦਾ ਕੀਤਾ in moving a unit positive charge from one point to another in electrostatic against the electrostatic force without acceleration। ਮਤਲਬ ਐਕਸਲਰੇਸ਼ਨ ਦੇ ਵਿਦਆਊਟ ਆਪਾਂ ਇੱਕ ਯੂਨਿਟ ਪੋਜ਼ਿਟਿਵ ਚਾਰਜ ਨੂੰ ਇੱਕ ਪੁਆਇੰਟ ਤੋਂ ਦੂਸਰੇ ਪੁਆਇੰਟ ਤੱਕ ਲੈ ਕੇ ਜਾ ਰਹੇ ਹਾਂ ਇਨ ਇਲੈਕਟ੍ਰਿਕ ਫੀਲਡ ਔਰ ਜਿੰਨਾ ਵਰਕ ਕਰਨਾ ਪੈ ਰਿਹਾ ਹੈ ਉਸ ਵਰਕ ਨੂੰ ਆਪਾਂ ਨਾਮ ਦਿੱਤਾ ਪੋਟੈਂਸ਼ੀਅਲ ਡਿਫਰੈਂਸ ਬਿਟਵੀਨ ਟੂ ਪੁਆਇੰਟਸ। ਹੁਣ ਇਹਨੂੰ ਥੋੜਾ ਜਿਹਾ ਐਕਸਪਲੇਨ ਕਰਦੇ ਹਾਂ। ਠੀਕ ਹੈ, ਇਹਦੇ ਲਈ ਆਪਾਂ ਕੰਸੀਡਰ ਕਰ ਰਹੇ ਹਾਂ ਕਿ ਇੱਕ ਸਾਡੇ ਕੋਲ ਪਲੱਸ ਕਿਊ ਚਾਰਜ ਹੈ ਜਿਹਨੂੰ ਆਪਾਂ ਲੋਕੇਟ ਕੀਤੇ ਦਾ O ਪੁਆਇੰਟ ਦੇ ਉੱਤੇ। ਕੰਸੀਡਰ A ਪਲੱਸ ਕਿਊ ਚਾਰਜ ਇਜ਼ ਲੋਕੇਟਡ ਐਟ ਪੁਆਇੰਟ O। ਠੀਕ ਹੈ, ਔਰ A ਤੇ B ਦੋ ਪੁਆਇੰਟਸ ਹੈ ਇਲੈਕਟ੍ਰਿਕ ਫੀਲਡ ਦੇ ਵਿੱਚ। ਜਦੋਂ ਇੱਕ ਯੂਨਿਟ ਪੋਜ਼ਿਟਿਵ ਚਾਰਜ Q0 ਨੂੰ ਆਪਾਂ ਮੂਵ ਕਰਦੇ ਹਾਂ ਫਰੋਮ A ਟੂ B ਤੇ ਕੁਝ ਵਰਕ ਸਾਨੂੰ WAB ਕਰਨਾ ਪੈਂਦਾ ਹੈ ਅਗੇਂਸਟ the repulsion due to plus Q charge।
ਇਹਦੀ ਰਿਪਲਸ਼ਨ ਇਹਦੇ ਉੱਤੇ, ਉਸ ਰਿਪਲਸ਼ਨ ਦੇ ਅਗੇਂਸਟ ਸਾਨੂੰ ਕੁਝ ਵਰਕ ਕਰਨਾ ਪੈਂਦਾ ਹੈ यूनिट पॉजिटिव चार्ज Q नॉट ਨੂੰ A पॉइंट तो B पॉइंट तक लेके जाने वास्ते। ठीक है, ये मैं दोबारा रिपीट कर रहा, एक्चुअली सीन पढ़ चुके हैं, मैं फिर दोबारा चैप्टर ਨੂੰ करवाना चाहता है। ठीक है, ਹੁਣ ਇਹ ਵਰਕ ਆਪਾਂ ਕੈਲਕੂਲੇਟ ਕਰਨਾ ਤੇ ਮੈਂ ਉਸ ਵਰਕ ਨੂੰ ਨਾਮ ਦਿੱਤਾ ਪੋਟੈਂਸ਼ੀਅਲ ਡਿਫਰੈਂਸ ਬਿਟਵੀਨ ਟੂ ਪੁਆਇੰਟਸ। ਇਹਦਾ ਮਤਲਬ ਮੈਂ ਪੋਟੈਂਸ਼ੀਅਲ ਨੂੰ ਡਿਨੋਟ ਕਰਦਾ V ਦੇ ਨਾਲ, ਪੈਰਾ 'ਚ ਮੈਂ B ਲਿਖਿਆ। ਜਿਹੜਾ ਇਨੀਸ਼ੀਅਲ ਪੁਆਇੰਟ ਹੈ ਉਹਨੂੰ ਤੁਸੀਂ ਬਾਅਦ 'ਚ ਲਿਖਣਾ ਹੈ, ਔਰ ਜਿਹੜਾ ਫਾਈਨਲ ਪੁਆਇੰਟ ਹੈ ਉਹਨੂੰ ਤੁਸੀਂ ਪਹਿਲੇ ਲਿਖਣਾ ਹੈ। मतलब VB माइनस VA। क्यों इस तरह किया? पहले B नू क्यों लिखा, A नू पहले क्यों नहीं लिखा? क्योंकि A पॉइंट के उत्ते जे असीं देखिए ते एस चार्ज की फोर्स घट है, पर जिद्दां जिद्दां वो लागे आई जाएगा उसकी फोर्स भी वधी जाती है। इस करके इस पॉइंट का पोटेंशियल ज्यादा है इस पॉइंट के नालों। मतलब इत्थे उन्ना वर्क नहीं करना पै रहा, इत्थे ज्यादा वर्क करना पेगा तुहानूं इस तो अगे लैके आने वास्ते। इस करके A वर्क ज्यादा है, A वर्क घट है। सो दैट्स वाई मैं B नू पहले लिखा है, A नू बाद विच लिखा। और डिफाइन कितना किया इनू, जिन्ना वर्क करना पिया A तो लैके B तक एक यूनिट पॉजिटिव चार्ज नू मूव करने के लिए। क्लीयर है इत्थों तक? ठीक है, हुण इहदी SI यूनिट बनाने की कोशिश करांगे। ठीक है, वर्क है मैं पहले ही दस्सिया, इस करके वर्क दे यूनिट हो गए जूल, और चार्ज दे SI यूनिट कूलम। इहदा मतलब जूल पर कूलम इहदे SI यूनिट है, और ये जूल पर कूलम नूं आपां नाम दे दिंदे आ वोल्ट। ठीक है, हुण वोल्ट का मीनिंग क्लीयर होया? वोल्ट का मतलब 1 जूल पर कूलम, मतलब जूल अपॉन कूलम। पोटेंशियल डिफरेंस दे यूनिट हो गए वोल्ट, वर्क दे यूनिट जूल, चार्ज दे यूनिट कूलम। इस करके जूल पर कूलम का नाम आपां रख दिता वोल्ट। ठीक है, नेक्स्ट पोटेंशियल वोल्ट की डेफिनेशन बनाइए। पोटेंशियल डिफरेंस बिटवीन टू पॉइंट इन इलैक्ट्रिक फील्ड इज सेड टू बी 1 वोल्ट। मतलब पोटेंशियल डिफरेंस दो पॉइंट्स के विचकार 1 वोल्ट उदों कहलाया जाता है जेकर एक पॉइंट तो दूसरे पॉइंट तक 1 कूलम चार्ज नूं लेके जाने वास्ते 1 जूल वर्क करना पे। क्लियर? मतलब 1 कूलम चार्ज नूं एक पॉइंट तो दूसरे पॉइंट तक लेके जाने वास्ते जेकर 1 जूल वर्क करना पैंदा है इलैक्ट्रिक फील्ड दे विच, ते उन्हां दोनों पॉइंट्स दे विचकार पोटेंशियल डिफरेंस कितना कहलाएगा? 1 वोल्ट। क्लियर हो गई इत्थे तक गल? नेक्स्ट, विदाउट एक्सलेरेशन ते आपां लिखना ही लिखना। फिर एक बार दोबारा डेफिनेशन नूं पढ़दे हैं। पोटेंशियल डिफरेंस बिटवीन टू पॉइंट्स इन इलैक्ट्रिक फील्ड इज सेड टू बी 1 वोल्ट इफ 1 जूल वर्क हैज टू बी डन। जेकर 1 जूल वर्क करना पैंदा इन मूविंग वन पॉजिटिव चार्ज ऑफ 1 कूलम फ्रॉम 1 पॉइंट टू अनदर विदाउट एक्सेलरेशन। जिस तरह कि असी पहले क्या है, पहले यही क्या है कि इलैक्ट्रिक पोटेंशियल डिफरेंस दो पॉइंट दे विच कितना हुंदा। फिर एक पॉइंट की जे गल की जाए इलैक्ट्रिक फील्ड के किसी पॉइंट दे विच आपां एक पॉइंट मान लेंदे हैं, इलैक्ट्रिक फील्ड दे विच एक पॉइंट मान लेंदे हैं, उस पॉइंट के उत्ते पोटेंशियल कितना, ਉਹਦੀ ਡੈਫੀਨੇਸ਼ਨ ਫਿਰ ਕਿਸ ਤਰ੍ਹਾਂ ਬਣਾਉਂਦੇ ਆ। ਹੁਣ ਆਪਾਂ ਗੱਲ ਕਰਦੇ ਆ ਇਲੈਕਟ੍ਰਿਕ ਪੋਟੈਂਸ਼ੀਅਲ ਦੀ। ਮੰਨ ਲਓ ਫਿਰ ਤੋਂ ਸੇਮ ਚਲਾਂਗੇ, ਤੁਹਾਡੇ ਕੋਲ ਇੱਕ ਪਲੱਸ Q ਚਾਰਜ ਹੈ, ਇਹਦੇ ਅਰਾਊਂਡ ਇਲੈਕਟ੍ਰਿਕ ਫੀਲਡ ਹੈ, ਉਸ ਇਲੈਕਟ੍ਰਿਕ ਫੀਲਡ ਦੇ ਵਿੱਚ ਇੱਕ ਪੁਆਇੰਟ P ਹੈ। ਕਲੀਅਰ ਇੱਥੋਂ ਤੱਕ? ਇਹਦਾ ਇਲੈਕਟ੍ਰਿਕ ਫੀਲਡ ਹੈ ਔਰ ਉਸ ਇਲੈਕਟ੍ਰਿਕ ਫੀਲਡ ਦੇ ਵਿੱਚ ਇੱਕ ਪੁਆਇੰਟ ਹੈ P। ਠੀਕ ਹੈ, ਇਹ ਪਲੱਸ Q ਚਾਰਜ ਨੂੰ ਆਪਾਂ O ਪੁਆਇੰਟ ਦੇ ਉੱਤੇ ਰੱਖਿਆ। फिर P पॉइंट के पोटेंशियल किस तरह डिफाइन किया जाएगा? P पॉइंट का पोटेंशियल आप इस तरह लिखते हैं कि एक यूनिट पॉजिटिव चार्ज Q नॉट नूं इनफिनिटी तो उस पॉइंट तक लैके आने दे लई जिन्ना वर्क करना पिया। क्लियर? फिर दोबारा सुनो, इस चार्ज के इलैक्ट्रिक फील्ड दे विच एक पॉइंट है P और एक यूनिट पॉजिटिव टेस्ट चार्ज Q नॉट है, जिन्हों आपां इनफिनिटी तो इस पॉइंट तक लैके आना, पर जिन्ना वर्क करना पिया उस वर्क का नाम आप रखता इलैक्ट्रिक पोटेंशियल एट पॉइंट P। फिर डेफिनेशन की बनी? फिर आप डेफिनेशन इस तरह बना सकते हैं कि इलैक्ट्रिक फील्ड दे विच किसी पॉइंट दे उत्ते एक यूनिट पॉजिटिव चार्ज नूं इनफिनिटी तो लैके आने दे लई जिन्ना वर्क करना पिया। फिर पोटेंशियल की डेफिनेशन पढ़ते हैं। इलैक्ट्रिक पोटेंशियल एट एनी पॉइंट, इलैक्ट्रिक पोटेंशियल एट एनी पॉइंट P in electric field, इस चार्ज दे इलैक्ट्रिक फील्ड दे विच इज की है इलैक्ट्रिक पोटेंशियल किसी पॉइंट दे उत्ते इलैक्ट्रिक फील्ड दे विच की है? इट इज द मिनिमम वर्क डन, जिन्ना घट्टो घट्ट वर्क करना पिया इन मूविंग मूव करन दे लई अ यूनिट पॉजिटिव चार्ज
फ्रॉम इनफिनिटी टू दैट पॉइंट, उस इनफिनिटी तो उस पॉइंट तक लैके आने लई जिन्ना वर्क करना पिया, उस वर्क का नाम रखा पोटेंशियल एट पॉइंट पी। बट अगेन फिर इलेक्ट्रोस्टैटिक फोर्स के अगेंस्ट वर्क किया जा रहा है और विदाउट एक्सलेरेशन लैके आना, ठीक है। फिर आप फॉर्मूला इस तरह बना लेंगे हैं कि मान लो एक चार्ज क्यू नॉट है, पॉजिटिव चार्ज क्यू है, पहले प्लस क्यू है, इनू आप प्लेस किया ओ पॉइंट के उत्ते। मान लो एक पॉजिटिव चार्ज है क्यू जिन्हों आप प्लेस किया है एट पॉइंट ओ, देखो ओ पॉइंट ते आप क्यू चार्ज रखता, और मान लो पी एक पॉइंट है इलैक्ट्रिक फील्ड दे विच, और एक यूनिट पॉजिटिव चार्ज है क्यू नॉट जिन्हों आप मूव कराना इनफिनिटी तो लैके पी तक, क्यू नॉट नू मूव कराना है फ्रॉम इनफिनिटी टू पी। देन जेड़ा वर्क डब्ल्यू इनफिनिटी पी लिखा है करना पिया रिपल्शन प्लस क्यू चार्ज की रिपल्शन के अगेंस्ट, और इलैक्ट्रिक पोटेंशियल पी पॉइंट के उत्ते आप किस तरह लिखांगे, देखो पी पॉइंट के उत्ते पोटेंशियल नू आप किस तरह लिखते हैं, जिन्ना वर्क करना पिया इनफिनिटी तो लैके यूनिट पॉजिटिव चार्ज क्यू नॉट नू पी तक लैके आने वास्ते। क्लियर, सिंपल डेफिनेशन है, इट इज वर्क done in moving a unit positive charge from infinity to that point in electric field। clear, ਹੁਣ ਇਹਦੇ ਵੀ यूनिट जे ਆਪਾਂ SI ਬਣਾਈਏ ਤੇ ਇਹਦੇ यूनिट ਵੀ वोल्ट है, एक्चुअली V ਦੇ ਨਾਲ पोटेंशियल ਨੂੰ ਆਪਾਂ ਇਸੇ ਵਜ੍ਹਾ ਕਰਕੇ ਲਿਖਿਆ ਹੈ ਕਿਉਂਕਿ ਇਹ ਵੋਲਟਾ ਨਾਮ ਦਾ ਇੱਕ ਸਾਇੰਟਿਸਟ ਹੈ ਜਿਹਦੇ ਨੇਮ ਤੇ ਆਪਾਂ पोटेंशियल ਨੂੰ ਰਿਪਰੈਜ਼ੈਂਟ ਕਰਦੇ ਹਾਂ, ਔਰ ਇਹਦੇ यूनिट ਵੀ ਆਪਾਂ वोल्ट ही ਦਿੰਦੇ ਹਾਂ, ठीक है। और फिर 1 वोल्ट इलेक्ट्रिक पोटेंशियल एट पॉइंट at any point in electric field is said to be 1 volt। जेकर 1 जूल वर्क करना पे 1 कूलम चार्ज नु इनफिनिटी तो लैके उस पॉइंट तक लैके आने वास्ते, पहले आप ए तो बी कह रहे हैं ना, हुण आप इनफिनिटी तो पी तक कह रहे हैं। क्लियर, सेम ही डेफिनेशन रहेगी 1 वोल्ट की भी, जिस तरह इलेक्ट्रिक पोटेंशियल एट एनी पॉइंट इन इलेक्ट्रिक फील्ड इज सेड टू बी 1 वोल्ट if 1 joule work has to be done in moving a 1 coulomb of charge from infinity to that point in electric field without acceleration। बस इस तरह ही सेम डेफिनेशन ਇਹਦੀ बन जाती है। ਹੁਣ ਇਹ ਇੱਕ इलेक्ट्रिक पोटेंशियल वर्क है, जिदा मैं पहले ही दस्या है इलेक्ट्रिक पोटेंशियल इज वर्क जिन्ना करना पिया, और वर्क इज ए स्केलर क्वांटिटी, देयरफॉर इलेक्ट्रिक पोटेंशियल इज आल्सो ए स्केलर क्वांटिटी, ठीक है। और डायमेंशनल फॉर्मूला बनाना है, तो डायमेंशनल फॉर्मूला जे आप देखिए तो वर्क का डायमेंशन फॉर्मूला होता है ml2t-2, और चार्ज का डायमेंशन फॉर्मूला करंट मल्टीप्लाई टाइम, एम्पीयर टाइम, ठीक है। जे आप m नू अद्धा ही रहन दिए L2 एंड t की पावर कितनी होगी ऊपर जाके -3, और a की पावर कितनी होगी -1, दैट्स इट। ये है इलेक्ट्रिक पोटेंशियल, ठीक है। ਹੁਣ ਜਿਹੜਾ ਮੇਨ ਆਰਟੀਕਲ ਅਸੀਂ ਕਰਨ ਜਾ ਰਹੇ ਹਾਂ, ਜਿਹੜਾ ਕਿ ਪੇਪਰ ਦੇ ਵਿੱਚ ਆਂਦਾ ਹੀ ਹੈ, ਉਹ ਆਪਾਂ ਸਮਝਦੇ ਹਾਂ, ਠੀਕ ਹੈ। ਜੇ ਪਹਿਲੇ ਵਾਲੇ ਨੋਟਸ ਜਿਹੜੇ ਮੈਂ ਦਿੱਤੇ ਸੀ ਜਦੋਂ ਮੈਂ ਆਫਲਾਈਨ ਕਲਾਸਿਸ ਲੈ ਰਿਹਾ ਸੀ, ਤੇ ਤੁਸੀਂ ਉਹ ਵੀ ਦੇਖ ਸਕਦੇ ਹੋ। ਅਦਰਵਾਈਜ਼ ਜੇ ਨਹੀਂ ਪਤਾ ਲੱਗਾ ਤੇ ਤੂੰ ਇਹ ਵਾਲੀ ਜਿਹੜੀ PDF ਮੈਂ ਖੁਦ ਲਿਖੀ ਹੈ, ਔਰ ਇਹ PDF ਨੂੰ ਮੈਂ ਤੁਹਾਨੂੰ ਸੈਂਡ ਕਰ ਦਾਂਗਾ ਆਪਣੀ ਐਪ ਦੇ ਵਿੱਚ ਹੀ, ਠੀਕ ਹੈ। ਤੁਸੀਂ ਉੱਥੋਂ ਦੀ ਵੀ ਨੋਟ ਕਰ ਸਕਦੇ ਹੋ, ਤੇ ਨਹੀਂ ਤੇ ਪਹਿਲੇ ਜੋ ਲਿਖਿਆ ਠੀਕ ਹੈ ਉਹ ਵੀ ਠੀਕ ਹੈ, ਵੀ ठीक है। ਇਹ ਥੋੜਾ ਹੋਰ ਜ਼ਿਆਦਾ ਸਿੰਪਲ ਕੀਤਾ ਮੈਂ ਆਪਣੇ ਵੱਲੋਂ ਜਿੰਨਾ ਮੇਰੇ ਕੋਲ ਹੋ ਸਕਦਾ। ਨੈਕਸਟ ਵੈਰੀ ਇੰਪੋਰਟੈਂਟ ਟੌਪਿਕ, ਵੈਰੀ ਵੈਰੀ ਇੰਪੋਰਟੈਂਟ, ਔਰ ਇਹ ਟੌਪਿਕ ਨੂੰ ਥੋੜੇ ਧਿਆਨ ਨਾਲ ਆਪਾਂ ਸਮਝੀਏ, ਤੇ ਆਈ ਥਿੰਕ ਮੈਨੂੰ ਇਸ ਟੌਪਿਕ ਨੂੰ ਸਮਝਾਉਣ ਦੇ ਲਈ ਥੋੜਾ ਜਿਹਾ ਲਿਖਣਾ ਪੈਣਾ ਹੈ, ਔਰ ਉਹ ਮੈਂ ਤੁਹਾਨੂੰ ਖੁਦ ਹੀ ਬੋਰਡ ਦੇ ਉੱਤੇ ਸਮਝਾ ਦਿੰਦਾ ਹੈ, ਠੀਕ ਹੈ। इस टॉपिक ਨੂੰ ਆਪਾਂ ਕਰਦੇ ਹਾਂ ਇਲੈਕਟ੍ਰਿਕ पोटेंशियल ड्यू टू ए पॉइंट चार्ज। सपोज करो कि साडी कोई एक पॉइंट चार्ज है, ਉਹ ਇੱਥੇ ਪਿਆ ਹੈ, ਇਸ पॉइंट ਦੇ ਉੱਤੇ ਪਿਆ ਹੈ, और ये चार्ज है +q, और ये पॉइंट ਦਾ ਨਾਮ ਆਪਾਂ ਰੱਖ ਦਿੰਨੇ ਆ O, ठीक है। इस चार्ज ਦੇ ਕਰਕੇ इस पॉइंट P ਦੇ ਉੱਤੇ ਆਪਾਂ एक इलैक्ट्रिक पोटेंशियल ਨੂੰ फाइंड आउट करने की कोशिश करांगे। ये पॉइंट साडा हो गया P, ठीक है। रस्ते दे विच हुण मैं तुहानूं पहले ही दस्सिया पोटेंशियल की डेफिनेशन के अकॉर्डिंग इलैक्ट्रिक पोटेंशियल जो आपां कैलकुलेट करना है
उस वेले एक यूनिट चार्ज क्यू नॉट ਨੂੰ ਇਨਫਿਨਿਟੀ ਤੋਂ p ਤੱਕ ਲੈ ਕੇ ਆਣਾ ठीक है ਉਹ वर्क कैलकुलेट करना ਉਹੀ वर्क ਨੂੰ ਆਪਾਂ ਪੋਟੈਂਸ਼ੀਅਲ ਕਹਿ ਦਾਂਗੇ p ਪੁਆਇੰਟ ਦਾ ਕਲੀਅਰ ਹੈ ਇੱਥੋਂ ਤੱਕ ਚਲੋ ਫਿਰ ਆਪਾਂ वर्क कैलकुलेट ਕਰਨ ਦੀ ਕੋਸ਼ਿਸ਼ ਕਰਦੇ ਆ ਔਰ ਉਹਦੇ ਲਈ ਮੈਂ ਸਪੋਜ਼ ਕਰੋ ਕਿ ਇੱਥੇ ਇਨਫਿਨਿਟੀ ਇਹ ਡਿਸਟੈਂਸ ਹੈ ਔਰ ਇਸ ਇਨਫਿਨਿਟੀ ਪੁਆਇੰਟ ਤੋਂ ਚਾਰਜ ਨੂੰ ਮੈਂ ਲੈ ਕੇ ਆਣਾ ਚਾਹੁੰਦਾ ਇਹ ਇਨਫਿਨਿਟੀ ਹੈ और इनफिनिटी तो लेके आते वेले रस्ते दे विच मेरे को दो पॉइंट्स आ जाते हैं एक पॉइंट ए है और एक पॉइंट बी है और जिहड़ा ए पॉइंट है उहदी डिस्टेंस इत्थों एक्स मान लेंगे ए पॉइंट की डिस्टेंस है एक्स और इन्हां दोनों पॉइंट्स के विचकार की डिस्टेंस नूं मैं मान लैंदा है डी एक्स जदों भी कदी इस तरह का ਤੁਹਾਨੂੰ ਸਿਚੁਏਸ਼ਨ ਮਿਲੇ ਜਿਸ ਸਿਚੁਏਸ਼ਨ ਦੇ ਵਿੱਚ ਜਿਹੜੀ ਫੋਰਸ ਹੈ ਉਹ ਵੇਰੀਏਬਲ ਹੋਏ ਮਤਲਬ Q ਦੇ ਕਰਕੇ Q0 ਨੂੰ ਜਿਸ ਵੇਲੇ ਇੱਧਰ ਲੈ ਕੇ ਆਣਾ ਤੇ ਰਿਪਲਸ਼ਨ ਫੋਰਸ ਹੈ ਪੋਜ਼ਿਟਿਵ ਨੂੰ ਰਿਪੈਲ ਕਰ ਰਿਹਾ ਹੈ ਉਹ ਰਿਪਲਸ਼ਨ ਫੋਰਸ ਜਿੱਦਾਂ ਜਿੱਦਾਂ ਲਾਗੇ ਆਈ ਜਾਂਦੇ ਆ ਉਹ ਵਧੀ ਜਾਂਦੀ ਹੈ ਔਰ ਉਹ ਫੋਰਸ ਹੋ ਗਈ ਵੇਰੀਏਬਲ ਤੇ ਜਦੋਂ ਵੀ ਫੋਰਸ ਵੇਰੀਏਬਲ ਹੋਏ ਉਸ ਦੇ ਲਈ ਵਰਕ ਤੁਸੀਂ ਸਿੰਪਲ ਫੋਰਸ ਇਨਟੂ ਡਿਸਪਲੇਸਮੈਂਟ ਕਰਕੇ नहीं काट सकते फिर की करना चाहिए फिर आप छोटा जा एलीमेंट मान लेंगे और वो एलीमेंट में मन्या ए और बी मैं ये वर्क कैलकुलेट करने की कोशिश करांगा ठीक है फिर स्मॉल वर्क निकल जाएगा तो फिर टोटल वर्क आप किस तरह कैलकुलेट करते हैं टोटल वर्क आप कैलकुलेट करते हैं इंटेग्रेशन करके दैट्स इट यही करना आप थे ठीक है और इस पी पॉइंट की डिस्टेंस मान लें इतों है साढ़े को स्मॉल आर के बराबर चेक करते हैं वर्क कैलकुलेट करने के लिए सपोज करो यही चार्ज Q0 ਨੂੰ ਇਨਫਿਨਿਟੀ ਤੋਂ ਲੈ ਕੇ A ਪੁਆਇੰਟ ਤੱਕ ਲਾਏ ਜਦੋਂ ਆਪਾਂ A ਪੁਆਇੰਟ ਤੱਕ ਲਾਏ ਤੇ ਇਹ ਚਾਰਜ ਨੂੰ ਰਿਪੈਲ ਕਰ ਰਿਹਾ ਹੈ ਕਿੰਨੀ ਫੋਰਸ ਦੇ ਨਾਲ ਰਿਪੈਲ ਕਰੇਗਾ ਅਕੋਰਡਿੰਗ ਟੂ ਕੂਲਮਸ ਲੋ ਇਸ ਚਾਰਜ ਤੋਂ Q0 ਦੀ ਡਿਸਟੈਂਸ ਹੈ Q0 ਨੂੰ ਚੁੱਕ ਕੇ ਹੀ ਇੱਥੇ ਲੈ ਆਂਦਾ ਹੈ ਮੰਨ ਲਓ और Q0 ਦੀ ਡਿਸਟੈਂਸ ਇੱਥੋਂ x ਹੈ और आप फोर्स कैलकुलेट करनी है एदी और एदे विच ते कूलम्स लॉ अप्लाई कर सकते हैं सिंपली कूलम्स लॉ की है कूलम्स लॉ है द फोर्स बिटवीन टू चार्जेस 1/4 pi epsilon naught q0 upon r सॉरी इत्थे r नहीं आएगा क्यों भला क्योंकि इस पॉइंट की डिस्टेंस कितनी है x सो दैट्स वाई इत्थे की आएगा x आएगा x स्क्वायर ठीक है दिस इज आवर इक्वेशन नंबर 1 हुण आपां की करिए इत्थों तक साडा पहला स्टेप कंप्लीट ठीक है पहले स्टेप तो बाद जदों आपां सैकेंड स्टेप दे उत्ते आना है ते सैकेंड स्टेप दे उत्ते आपां की करांगे सैकेंड स्टेप दे उत्ते असीं a तो लैके b तक आने वास्ते वर्क कैलकुलेट करांगे ठीक है और वर्क स्मॉल करना पैना और स्टेप नंबर 2 ले लेंगे आपां जिन्ना वर्क करना पिया ए तो लैके बी तक आने वास्ते उन्होंने आप डी डब्ल्यू के नाल डिनोट कर लेंगे और इत्थे आप वर्क कैलकुलेट कर सकते हैं फोर्स इनटू डिस्प्लेसमेंट ए तो लैके बी तक कितनी है डी एक्स सो दैट्स वाई इत्थे आप लिखेंगे डी एक्स क्लियर चेक करें एक चीज और जिहड़ी कि अपने दिमाग च रखनी है कोई ए क्यू एस Q0 नूं किधर धकेल रहा है उधर पर आप मूव किधर करा रहे हैं इधर ते फोर्स और डिस्प्लेसमेंट दोनों के विचकार एंगल कितना होगा फोर्स डिस्प्लेसमेंट एंगल कितना होगा 180 ठीक है फिर मैं इस तरह लिख सकता कि एफ डी एक्स कॉस 180 क्योंकि डॉट प्रोडक्ट है ना तो कॉस 180 किदे बराबर होंदा है -1 दे बराबर होंदा है ठीक है इस करके डी डब्ल्यू किदे इक्वल आएगा माइनस एफ डी एक्स हुण मैं कढना टोटल वर्क कितना करना पिया स्टेप नंबर 3 दे उत्ते आ जाएंगे ठीक है इत्थों तक क्लियर है सारे बच्चों को चलो स्टेप नंबर 3 दे स्टेप 3 स्टेप नंबर 3 दे विच आपां की करते हैं टोटल वर्क कैलकुलेट करते हैं और टोटल वर्क किदे बराबर आएगा इंटेग्रेशन ऑफ डी डब्ल्यू और इस डी डब्ल्यू की इंटेग्रेशन कितों लैके कितों तक करनी है इनफिनिटी तो लैके पी पॉइंट तक लैके आना है पूरा वर्क कटना है इनफिनिटी तो लैके पी पॉइंट तक कितना करना पिया ठीक है जो फिगर नूं सामने रखना है फिगर नूं रख सकते हो
इत्थों तक तुहानूं क्लीयर हो गया। हुण ये dw की वैल्यू पुट करते हैं। dw की वैल्यू साडे को आ रही है माइनस एफ डी एक्स। मैं माइनस नूं पहले ही बाहर लगा, कित्थों लैके आना इनफिनिटी तो लैके, और एक्स है ना, फिर डिस्टेंस के कंपैरिजन च पी पॉइंट की डिस्टेंस कितनी बनी ओ पॉइंट तो आर, सो दैट्स वाई इत्थे की लिखांगे आर। क्लियर है इत्थे तक? ठीक है। हुण अगे चलते हैं। हुण वैल्यू पुट कर देंगे एफ दी वैल्यू असीं पहले ही पहले ही लिख चुके हैं इक्वेशन नंबर 1 तो देख सकते हो तुसीं, फिर दोबारा देख लो एक बारी एफ दी वैल्यू इक्वेशन नंबर 1 1/4 एप्सिलॉन नॉट क्यू नॉट अपॉन एक्स स्क्वायर। क्लियर है? चलो चलते हैं फिर आगे। माइनस देखो 1/4 एप्सिलॉन नॉट कांस्टेंट है, मैं उन्हें बाहर लिख दिंदा। Q कांस्टेंट है, Q नॉट कांस्टेंट है, बाहर लिख लो। बट इनफिनिटी तो R तक जाना, नीचे बचा 1/x स्क्वायर विच इज नॉट कांस्टेंट, क्योंकि x की वैल्यू कंटिन्यूअसली बदलती रहती है जिन्नी देर तक असीं इनफिनिटी तो R तक नहीं आते। ठीक है। हुण इहदी इंटैग्रेशन नूं किस तरह सॉल्व करिए? 1/4 एप्सिलॉन नॉट, जिन्होंने आती है इंटैग्रेशन ठीक है, जिन्होंने नहीं आती वो चेक कर लो किस तरह करना है, इनफिनिटी तो आर तक, और इनू मैं एक्स की पावर है -2 लिख सकता है और ना लिखांगा dx। इत्थों तक क्लियर? ठीक है। जो आप इंटैग्रेशन करते हैं, इंटैग्रेशन करते वेले असी एक चीज नूं ध्यान च रखते हैं हमेशा कि जो भी पावर होंगी है ना किसी वेरीएबल की, जिदा एक्स एक वेरीएबल है जिसकी वैल्यू वेरी कर रही है, ਉਹਦੀ पावर एक ऐड कर दिंदा है। इंटैग्रेशन कर दी इस करके साइन हटा दिता, मैं ब्रैकेट शुरू की है। क्लियर? तो एक्स की पावर एक ऐड करनी है आपां इस तरह अपॉन -2 + 1 इनफिनिटी तो लैके आर तक। क्लियर? इज इक्वल टू -1/4 एप्सिलॉन नॉट। चेक करो उनकी बंदा इत्थे देखते हैं Q नॉट, एक्स की पावर कितनी बन गई -1, इत्थे भी कितना आया -1 इनफिनिटी तो लैके आर तक। ठीक है। थोड़ा होर अगे चलते हैं, इस तो अगे देखो इज इक्वल टू माइनस डब्ल्यू साढ़े को आ रहा है इनफिनिटी तो लैके पी तक, -1/4 एप्सिलॉन नॉट Q नॉट। जी मैं ए माइनस नूं अंदर ला जा ब्रैकेट दे, ए माइनस नाल माइनस कैंसिल हो जाएगा ना, जहां माइनस नूं बाहर लाओ तो एक ही बन गया प्लस, और अंदर की बचा था एक्स की पावर -1 है ना, कि मैं अंदर लिख सकता 1/x इनफिनिटी तो लैके आर तक। हुण अगे लिमिट्स पुट करते हैं। एक चीज होर कर दांगा इत्थे देखियो, मैं Q नॉट नूं इहदे थल्ले लिख दिंदा, इत्थों इधर लैंदा लिख सकते आप, कोई प्रॉब्लम नहीं है। क्यों लिखा तुम शायद आइडिया मिल ही गया होगा कि मैं Q नॉट नूं नीचे क्यों लिखा, गैस करो। इत्थे मैं अपर लिमिट पहले पुट करांगा 1/r माइनस फिर लोअर लिमिट पुट करांगा 1/∞। ठीक है, इत्थे तक तो ठीक है। चलो हुण मैनूं दसो है क्यों लिखा। वट इज दिस? दिस इज वर्क डन in moving a unit positive charge from infinity to point P, which is called potential at point P. Potential at point P. और फॉर्मूला की बना था 1/4 एप्सिलॉन नॉट Q, सॉरी ये तो Q मिस करता है यार, Q अपॉन R, दैट्स इट। ये है साडा इलेक्ट्रिक पोटेंशियल एट पॉइंट P। ठीक है। ड्यू टू अ पॉइंट चार्ज, पॉइंट चार्ज कौन है +Q, जिदे करके आप कट रहे हैं। दोबारा देखिए आर्टिकल, इट इज वेरी इंपॉर्टेंट आर्टिकल, एक बार फिर को देखते हैं सारे स्टेप बाय स्टेप। चलो स्टार्ट करते हैं फिर। तो असी कैलकुलेट करना है इत्थे इलैक्ट्रिक पोटेंशियल ड्यू टू ए पॉइंट चार्ज, ए वाला पॉइंट चार्ज, ਇਹਦੇ करके P पॉइंट के उत्ते इलैक्ट्रिक पोटेंशियल कितना है, ਉਹਦੀ हेल्प ਲੈਣ ਦੇ ਲਈ ਆਪਾਂ ਇੱਕ यूनिट पॉजिटिव चार्ज मान लिया Q नॉट, ਜਿਹਨੂੰ ਆਪਾਂ ਇਨਫਿਨਿਟੀ ਤੋਂ ਲੈ ਕੇ P पॉइंट तक लेके आना है। क्लियर?
ਹੁਣ ਇਹ ਵਰਕ ਕੱਢਣ ਦੇ ਲਈ ਮੈਂ ਕਿਹਾ ਫੋਰਸ ਵੇਰੀਏਬਲ ਹੈ ਤੇ ਤੁਹਾਨੂੰ ਉਹਦੇ ਰਸਤੇ ਦੇ ਵਿੱਚ ਦੋ ਪੁਆਇੰਟਸ ਮੰਨਣੇ ਪਏ ਔਰ ਉਹ ਪੁਆਇੰਟਸ ਹੈ ਸਾਡੇ ਕੋਲ A ਐਂਡ B। ਇੱਥੋਂ ਤੱਕ ਕਲੀਅਰ। ਹੁਣ ਆਪਾਂ ਕੀ ਕਰਦੇ ਆ, ਪਹਿਲੇ ਤੇ ਮੰਨ ਲਓ ਇਨਫਿਨਿਟੀ ਤੋਂ ਘਸੀਟਦੇ ਹੋਏ ਚਾਰਜ ਨੂੰ Q0 ਨੂੰ ਆਪਾਂ A ਪੁਆਇੰਟ ਤੱਕ ਲਾਏ। ਹੁਣ A ਤੋਂ ਲੈ ਕੇ B ਤੱਕ ਜਾਣਾ, ਪਰ A ਪੁਆਇੰਟ ਦੇ ਉੱਤੇ ਜਦੋਂ ਆਪਾਂ ਲਿਆਂਦਾ ਉਹਨੂੰ ਇਹ ਪਲੱਸ Q ਨੇ ਉਹਨੂੰ ਰਿਪੈਲ ਕਰਨਾ ਹੈ, ਠੀਕ ਹੈ। ਉਹ ਰਿਪਲਸ਼ਨ ਦੇ ਅਗੇਂਸਟ ਮੈਨੂੰ ਇਹਨੂੰ ਮੂਵ ਕਰਨੇ ਪੈਣਾ। ਉਹ ਰਿਪਲਸ਼ਨ ਕਿੰਨੀ, ਇਹਨਾਂ ਦੋਨਾਂ ਦੇ ਵਿਚਕਾਰ ਫੋਰਸ ਕਿੰਨੀ ਹੈ, ਜੇ ਇਹ ਡਿਸਟੈਂਸ x ਹੈ ਤੇ ਫਿਰ ਫੋਰਸ ਆਪਾਂ ਕੂਲਮਸ ਲਾਅ ਤੋਂ ਕੱਢਦੇ ਆ, F = 1/4πε0 Q0 x ਦਾ ਸਕੁਅਰ, ਠੀਕ ਹੈ। ਇੱਥੋਂ ਤੱਕ ਇਹ ਇਕੁਏਸ਼ਨ ਨੰਬਰ 1 ਹੋ ਗਈ ਸਾਡੀ। ਹੁਣ A ਤੋਂ ਲੈ ਕੇ B ਤੱਕ ਅਸੀਂ ਦੋ ਪੁਆਇੰਟ ਮੰਨ ਲਿਆ, ਇੱਥੋਂ ਲੈ ਕੇ ਇੱਥੋਂ ਤੱਕ ਵਰਕ ਕੱਢਣਾ ਹੈ dx ਡਿਸਪਲੇਸਮੈਂਟ, ਤੇ ਫਿਰ ਵਰਕ ਦਾ ਫਾਰਮੂਲਾ ਹੁੰਦਾ ਹੈ work = force into displacement। ਹੁਣ ਮੈਂ ਕਿਹਾ ਫੋਰਸ ਰਿਪਲਸ਼ਨ ਉਧਰਲੇ ਪਾਸੇ ਹੈ, ਆਪਾਂ ਨੂੰ ਇੱਧਰਲੇ ਪਾਸੇ ਮੂਵ ਕਰ ਰਹੇ ਹਾਂ ਤੇ ਫਿਰ ਦੋਨਾਂ 'ਚ ਐਂਗਲ 180 ਬਣਦਾ ਹੈ ਫੋਰਸ ਔਰ ਡਿਸਪਲੇਸਮੈਂਟ ਦੇ ਵਿੱਚ, ਇਸ ਕਰਕੇ ਮੈਂ cos 180 ਲਿਖ ਦਿੱਤਾ। ਹੁਣ cos 180 -1 ਦੇ ਬਰਾਬਰ ਹੁੰਦਾ, ਇਸ ਕਰਕੇ ਇੱਥੇ ਮਾਈਨਸ ਲਿਖ ਦਿੱਤਾ। ਸਟੈਪ ਨੰਬਰ 3 ਤੇ ਟੋਟਲ ਵਰਕ ਕੈਲਕੂਲੇਟ ਕਰਨਾ ਹੈ ਤੇ ਦੋਨੋਂ ਤਰਫ ਇੰਟੈਗ੍ਰੇਸ਼ਨ ਕਰ ਦਾਂਗੇ। ਇਹਦੀ ਇੰਟੈਗ੍ਰੇਸ਼ਨ ਤੇ W ਹੀ ਹੈ ਔਰ ਇਹਦੀ ਇੰਟੈਗ੍ਰੇਸ਼ਨ 'ਚ ਮੈਂ ਮਾਈਨਸ ਨੂੰ ਬਾਹਰ ਕੱਢ ਕੇ ਇਹਦੀ ਵੈਲਿਊ ਪੁੱਟ ਕਰਾਂਗਾ, ਠੀਕ ਹੈ। ਆਪਾਂ F ਦੀ ਵੈਲਿਊ ਪੁੱਟ ਕਰਤੀ 1/4πε0 Q0 ਨੂੰ ਮੈਂ ਪਹਿਲੇ ਹੀ ਬਾਹਰ ਕੱਢ ਲਿਆ, ਕਿਉਂ? ਕਿਉਂਕਿ ਇਹ ਕਾਂਸਟੈਂਟ ਹੈ। ਨੀਚੇ x² ਹੀ ਉਹਨੂੰ ਮੈਂ ਅੰਦਰ ਹੀ ਰਹਿਣ ਦਿੱਤਾ ਔਰ dx ਨਾਲ ਇਨਫਿਨਿਟੀ ਤੋਂ ਲੈ ਕੇ r ਤੱਕ ਆਣਾ, ਕਿਉਂਕਿ P ਪੁਆਇੰਟ ਦੀ ਡਿਸਟੈਂਸ ਪੁਆਇੰਟ ਚਾਰਜ ਤੋਂ ਕਿੰਨੀ ਹੈ, r ਹੈ। ਹੁਣ ਦੇਖੋ ਮੈਂ ਇਹਦੀ ਇੰਟੈਗ੍ਰੇਸ਼ਨ ਨੂੰ ਸੋਲਵ ਕਰਨ ਦੇ ਲਈ ਇਹਨੂੰ ਉੱਪਰ ਲੈ ਗਿਆ, x⁻² ਆ ਗਿਆ, ਇਨਫਿਨਿਟੀ ਤੋਂ ਲੈ ਕੇ r, ਇਹ ਬਾਕੀ ਕਾਂਸਟੈਂਟ ਹੁੰਦਾ ਤਾਂ ਉਦਾਂ ਹੀ। ਦੇਖੋ ਮਾਈਨਸ ਨੂੰ ਮੈਂ ਪਹਿਲੇ ਹੀ ਬਾਹਰ ਲਿਖ ਰਿਹਾ। ਅੱਗੇ ਨੈਕਸਟ ਜਦੋਂ ਇਹਦੀ ਇੰਟੈਗ੍ਰੇਸ਼ਨ ਕਰਨੀ ਹੈ x⁻² ਦੀ ਤੇ ਇੱਕ ਪਾਵਰ ਐਡ ਕਰ ਦਿੰਦਾ ਇੰਟੈਗ੍ਰੇਸ਼ਨ ਦੇ ਵਿੱਚ, ਡਿਫਰੈਂਸ਼ੀਏਸ਼ਨ ਚ ਮਾਈਨਸ ਕਰਦੇ ਇੱਕ ਪਾਵਰ ਇਹਦੇ ਵਿੱਚ ਐਡ ਕਰਦੇ ਆ ਇੰਟੈਗ੍ਰੇਸ਼ਨ ਚ -2 + 1, ਫਿਰ ਜਿੰਨੀ ਪਾਵਰ ਉੱਪਰ ਲਿਖਣੀ ਹੈ ਉਹਨੇ ਨੀਚੇ ਲਿਖਣੀ ਹੈ, ਅਸੀਂ ਏਦਾਂ ਵੀ ਲਿਖਤਾ। ਹੁਣ ਦੇਖੋ ਸਾਡੇ ਕੋਲ ਹੈ ਮਾਈਨਸ ਉਦਾਂ ਹੀ 1/4πε0 ਉਦਾਂ ਹੀ Q0 ਉਦਾਂ ਹੀ x⁻1 ਨਾਲ ਇਹ -1, ਠੀਕ ਹੈ। -2 + 1 -1, ਇਹ ਮਾਈਨਸ ਜਦੋਂ ਬਾਹਰ ਕੱਢੋਗੇ ਇਹਨੇ ਪਲੱਸ ਬਣ ਜਾਣਾ ਹੈ, Q0 ਉਦਾਂ ਹੀ ਰਿਹਾ 1/x ਹੋ ਗਿਆ, x⁻1 ਨੂੰ ਆਪਾਂ ਲਿਖ ਸਕਦੇ ਹਾਂ 1/x, ਠੀਕ ਹੈ। ਇਨਫਿਨਿਟੀ ਤੋਂ ਲੈ ਕੇ r ਤੱਕ। ਦੇਖੋ ਨੈਕਸਟ ਹੈ Q0 ਨੂੰ ਨੀਚੇ ਲਿਖ ਲਓ, ਸਾਡੇ ਕੋਲ ਆਇਆ 1/4πε0 Q ਇਕੱਲਾ ਬਚਿਆ ਔਰ ਇੱਥੇ ਪਹਿਲੇ ਅਪਰ ਲਿਮਟ ਪੁੱਟ ਕਰਨੀ ਹੈ x ਦੀ ਜਗ੍ਹਾ ਤੇ r ਆ ਗਿਆ ਮਾਈਨਸ, ਫਿਰ ਲੋਅਰ ਲਿਮਟ ਪੁੱਟ ਕਰਨੀ ਹੈ ਇਨਫਿਨਿਟੀ। 1/∞ 0 ਦੇ ਬਰਾਬਰ ਹੁੰਦਾ, ਇਸ ਕਰਕੇ ਮੈਂ ਉੱਥੇ ਲਿਖਿਆ ਹੀ ਨਹੀਂ ਹੈ, ਸਿਰਫ r ਲਿਖਿਆ ਔਰ q ਲਿਖਿਆ। ਔਰ a ਵਰਕ ਹੈ ਇਨਫਿਨਿਟੀ ਤੋਂ p ਤੱਕ ਇੱਕ ਯੂਨਿਟ ਪੋਜ਼ਿਟਿਵ ਚਾਰਜ ਨੂੰ ਲੈ ਕੇ ਆਉਣ ਦੇ ਲਈ ਜਿੰਨਾ ਕਰਨਾ ਪਿਆ, ਇਹਨੂੰ ਆਪਾਂ ਬੋਲਿਆ ਪੋਟੈਂਸ਼ੀਅਲ ਐਟ ਪੁਆਇੰਟ p, and this is the formula of potential at point p due to a point charge। clear? this is very simple article actually, ਜੇ ਤੁਸੀਂ ਇਹਨੂੰ ਧਿਆਨ ਨਾਲ ਦੇਖੋਗੇ ਤੇ ਅੱਜ ਤੁਸੀਂ ਬਸ ਇੰਨਾ ਹੀ ਕੰਮ ਲਿਖਣਾ ਹੈ ਕਾਪੀ ਤੇ, ਨੋਟਬੁੱਕ ਆਪਣੀ ਨੋਟਬੁੱਕ ਦੇ ਉੱਤੇ। ਜਿਹੜੀਆਂ ਡੈਫੀਨੇਸ਼ਨ ਮੈਂ ਪਹਿਲੇ ਬੋਲੀਆਂ ਇਲੈਕਟ੍ਰਿਕ ਪੋਟੈਂਸ਼ੀਅਲ ਡਿਫਰੈਂਸ ਦੀ ਔਰ ਇਲੈਕਟ੍ਰਿਕ ਪੋਟੈਂਸ਼ੀਅਲ ਦੀ, ਉਹ ਇੱਥੋਂ ਤੱਕ ਹੀ ਆਪਾਂ ਅੱਜ ਕਰਦੇ ਹਾਂ। ਥੈਂਕ ਯੂ ਸੋ ਮਚ।